ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਆਈਸ ਡਿਟੈਂਸ਼ਨ ਸੈਂਟਰ ਦੇ ਵਿੱਚ ਹੁਣ ਸਭ ਤੋਂ ਵੱਡਾ ਸਮੂਹ ਬਿਨਾਂ ਕਿਸੇ ਅਪਰਾਧਿਕ ਰਿਕਾਰਡ ਵਾਲੇ ਪ੍ਰਵਾਸੀ ਹਨ। H1B ਵੀਜ਼ਾ ਤੇ ਖੁਸ਼ਖਬਰੀ, ਭਾਰਤ ਅਮਰੀਕਾ ਦੇ ਨਾਲ ਕਰ ਰਿਹਾ ਹੈ ਗੱਲਬਾਤ। ਅਮਰੀਕਾ ਵਿੱਚ 4 ਪੰਜਾਬੀ ਟਰੱਕ ਡਰਾਈਵਰ ਗ੍ਰਿਫਤਾਰ। ਇਮੀਗ੍ਰੇਸ਼ਨ ਛਾਪਿਆਂ ਤੇ ਕਾਨੂੰਨ ਦੀ ਪਾਲਣਾ ਕਰਨ ਲਈ ਕਹਿਣ ਵਾਲੇ ਅਮਰੀਕੀ ਵਕੀਲ ਨੂੰ ਟਰੰਪ ਨੇ ਕੀਤਾ ਬਰਖਾਸਤ। ਅਮਰੀਕਾ 'ਚ ਧੋਖਾਧੜੀ ਦੇ ਦੋਸ਼ਾਂ 'ਚ ਭਾਰਤੀ ਮੂਲ ਦੇ ਡਾਕਟਰ ਨੂੰ 14 ਸਾਲ ਦੀ ਕੈਦ। ਇੰਡੀਆ US ਟ੍ਰੇਡ ਡੀਲ ਨੂੰ ਲੈ ਕੇ ਵੱਡੀ ਖਬਰ, ਪਿਊਸ਼ ਗੋਇਲ ਦੇ ਅਮਰੀਕਾ ਦੌਰੇ ਤੇ ਸਰਕਾਰ ਨੇ ਕੀਤਾ ਬਿਆਨ ਜਾਰੀ। ਹੁਣ ਇਹਨਾਂ ਖਬਰਾਂ ਦਾ ਵਿਸਤਾਰ, ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਸਰਕਾਰ ਦੁਆਰਾ ਜਾਰੀ ਕੀਤੇ ਗਏ ਆંકੜਿਆਂ ਅਨੁਸਾਰ ਬਿਨਾਂ ਕਿਸੇ ਅਪਰਾਧਿਕ ਰਿਕਾਰਡ ਵਾਲੇ ਪ੍ਰਵਾਸੀ ਹੁਣ ਅਮਰੀਕੀ ਇਮੀਗ੍ਰੇਸ਼ਨ ਹਿਰਾਸਤ ਵਿੱਚ ਸਭ ਤੋਂ ਵੱਡਾ ਸਮੂਹ ਹਨ। ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੁਆਰਾ ਗ੍ਰਿਫਤਾਰ ਕੀਤੇ ਗਏ ਅਤੇ ਟਰੰਪ ਪ੍ਰਸ਼ਾਸਨ ਦੁਆਰਾ ਹਿਰਾਸਤ ਵਿੱਚ ਲਏ ਗਏ ਲੋਕਾਂ ਦੀ ਗਿਣਤੀ ਹੁਣ ਅਪਰਾਧਾਂ ਦੇ ਦੋਸ਼ਾਂ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਨੂੰ ਪਾਰ ਕਰ ਗਈ ਹੈ। ਅਮਰੀਕੀ ਰਾਸ਼ਟਰਪਤੀ ਦੇ ਸਮੂਹਿਕ ਦੇਸ਼ ਨਿਕਾਲੇ ਦੀ ਮੁਹਿੰਮ ਨੂੰ ਅੰਜਾਮ ਦੇਣ ਦੇ ਲਈ ਡੋਨਾਲਡ ਟਰੰਪ ਦੁਆਰਾ ਸਭ ਤੋਂ ਵੱਧ ਨਿਰਭਰ ਸੰਘੀ ਏਜੰਸੀ ਆਈਸ ਨੇ ਵੀਰਵਾਰ ਨੂੰ ਆਪਣੇ ਤਾਜ਼ਾ ਆંકੜੇ ਜਾਰੀ ਕੀਤੇ। ਅਧਿਕਾਰਤ ਆંકੜਿਆਂ ਦੇ ਅਨੁਸਾਰ ਆਈਸ ਦੁਆਰਾ ਇਮੀਗ੍ਰੇਸ਼ਨ ਹਿਰਾਸਤ ਦੇ ਵਿੱਚ 16,523 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ, ਜਦਕਿ 15,725 ਲੋਕਾਂ ਦਾ ਅਪਰਾਧਿਕ ਰਿਕਾਰਡ ਹੈ ਅਤੇ 13,767 ਲੋਕਾਂ ਤੇ ਅਪਰਾਧਿਕ ਦੋਸ਼ ਲੰਬਿਤ ਹਨ। ਇਸ ਵੇਲੇ ਪੂਰੇ ਅਮਰੀਕਾ ਦੇ ਵਿੱਚ ਕੁੱਲ 49,762 ਲੋਕ ਆਈਸ ਹਿਰਾਸਤ ਵਿੱਚ ਹਨ। ਆਈਸ ਹਿਰਾਸਤ ਦੇ ਵਿੱਚ ਬਾਕੀ ਬਚੇ ਲੋਕਾਂ ਨੂੰ ਸਰਹੱਦੀ ਅਧਿਕਾਰੀਆਂ ਦੁਆਰਾ ਲਿਆਂਦਾ ਗਿਆ ਸੀ। ਆਈਸ ਦੁਆਰਾ ਜਾਰੀ ਕੀਤੇ ਗਏ ਆંકੜੇ ਦੂਜੇ ਟਰੰਪ ਪ੍ਰਸ਼ਾਸਨ ਦੇ ਅਧੀਨ ਪਹਿਲੀ ਵਾਰ ਹਨ ਕਿ ਹਿਰਾਸਤ ਵਿੱਚ ਰੱਖੇ ਗਏ ਕਿਸੇ ਵੀ ਅਪਰਾਧਿਕ ਇਤਿਹਾਸ ਵਾਲੇ ਪ੍ਰਵਾਸੀਆਂ ਦੀ ਕੁੱਲ ਗਿਣਤੀ ਕਿਸੇ ਅਪਰਾਧ ਦੇ ਦੋਸ਼ੀ ਜਾਂ ਲੰਬਿਤ ਦੋਸ਼ਾਂ ਵਾਲੇ ਲੋਕਾਂ ਤੋਂ ਵੱਧ ਗਈ ਹੈ। ਏਜੰਸੀ ਦਾ ਆંકੜਾ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵਾਰ-ਵਾਰ ਕਹੇ ਜਾਣ ਵਾਲੇ ਬਿਆਨ ਦਾ ਵੀ ਖੰਡਨ ਕਰਦਾ ਹੈ ਕਿ ਵਾਈਟ ਹਾਊਸ ਦੇ ਏਜੰਡੇ ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜੋ ਮੁੱਖ ਕੇਂਦਰ ਨੇ ਉਹ ਖਤਰਨਾਕ ਅਪਰਾਧੀ ਹਨ। ਇਹ ਮਿਹਨਤੀ ਲੋਕ ਹਨ, ਇਹ ਅਪਰਾਧੀ ਨਹੀਂ ਹਨ। ਇੱਕ ਸਾਬਕਾ ਹੋਮਲੈਂਡ ਸਿਕਿਉਰਿਟੀ ਸਿਵਲ ਰਾਈਟਸ ਅਧਿਕਾਰੀ ਨੇ ਕਿਹਾ ਹੈ ਜਦੋਂ ਉਹਨਾਂ ਨੂੰ ਬਿਨਾਂ ਕਿਸੇ ਅਪਰਾਧਿਕ ਇਤਿਹਾਸ ਵਾਲੇ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਵਿੱਚ ਵਾਧੇ ਬਾਰੇ ਪੁੱਛਿਆ ਗਿਆ ਸੀ। ਅਧਿਕਾਰੀ ਨੇ ਬਦਲੇ ਦੇ ਡਰੋਂ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ। ਉਸਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਟਰੰਪ ਪ੍ਰਸ਼ਾਸਨ ਅਪਰਾਧੀ ਨੂੰ ਸੱਚਮੁੱਚ ਵਿਆਪਕ ਰੂਪ ਵਿੱਚ ਪ੍ਰਭਾਸ਼ਿਤ ਕਰ ਰਿਹਾ ਹੈ ਕਿ ਜੇਕਰ ਉਹ ਇੱਥੇ ਬਿਨਾਂ ਦਸਤਾਵੇਜ਼ਾਂ ਦੇ ਹਨ ਤਾਂ ਉਹ ਅਪਰਾਧੀ ਹਨ, ਪਰ ਇਹ ਬੁਰੇ ਲੋਕ ਨਹੀਂ ਹਨ। H1B ਵੀਜ਼ਾ ਤੇ ਡੋਨਾਲਡ ਟਰੰਪ ਦੇ ਫੈਸਲੇ ਤੋਂ ਬਾਅਦ ਭਾਰਤ ਵਿੱਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰ ਘਬਰਾਹਟ ਵਿੱਚ ਹਨ, ਪਰ ਹੁਣ ਵਿਦੇਸ਼ ਮੰਤਰਾਲੇ ਦੇ ਬਿਆਨ ਦੇ ਨਾਲ ਉਹ ਰਾਹਤ ਦਾ ਸਾਹ ਲੈ ਸਕਦੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ H1B ਵੀਜ਼ਾ ਬਾਰੇ ਅਮਰੀਕਾ ਦੇ ਨਾਲ ਚਰਚਾ ਜਾਰੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕਿਵੇਂ ਅੱਗੇ ਵਧੇਗਾ, ਇਹ ਅਜੇ ਵੀ ਇੱਕ ਵਿਕਸਿਤ ਸਥਿਤੀ ਹੈ। ਅਸੀਂ ਵੱਖ-ਵੱਖ ਪੱਧਰਾਂ ਤੇ ਚਰਚਾ ਜਾਰੀ ਰੱਖਾਂਗੇ। ਜੈਸਵਾਲ ਨੇ ਕਿਹਾ ਕਿ ਭਾਰਤੀ ਪੱਖ ਦਾ ਮੰਨਣਾ ਹੈ ਕਿ ਹੁਨਰਮੰਦ ਪੇਸ਼ੇਵਰਾਂ ਦੇ ਅਮਰੀਕਾ ਜਾਣ ਦੇ ਨਾਲ ਦੋਵਾਂ ਦੇਸ਼ਾਂ ਨੂੰ ਫਾਇਦਾ ਹੁੰਦਾ ਹੈ। ਅਸੀਂ ਉਦਯੋਗ ਸਮੇਤ ਸਾਰੇ ਹਿੱਸੇਦਾਰਾਂ ਨਾਲ ਚਰਚਾ ਜਾਰੀ ਰੱਖਣਾ ਚਾਹੁੰਦੇ ਹਾਂ ਅਤੇ ਸਾਨੂੰ ਉਮੀਦ ਹੈ ਕਿ ਇਹਨਾਂ ਮੁੱਦਿਆਂ ਤੇ ਢੁਕਵਾਂ ਵਿਚਾਰ ਕੀਤਾ ਜਾਵੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਨਵਰੀ ਤੋਂ ਹੁਣ ਤੱਕ 2400 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਅਨੁਸਾਰ ਭਾਰਤ ਗੈਰ ਕਾਨੂੰਨੀ ਪ੍ਰਵਾਸ ਦੇ ਵਿਰੁੱਧ ਖੜਾ ਹੈ ਅਤੇ ਉਹ ਲੋਕਾਂ ਵੱਲੋਂ ਕਾਨੂੰਨੀ ਪ੍ਰਵਾਸ ਦੇ ਰਾਹਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ। ਉਹਨਾਂ ਨੇ ਕਿਹਾ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 2417 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ। ਉਹਨਾਂ ਨੇ ਵੀ ਕਿਹਾ ਕਿ ਅਸੀਂ ਪਹਿਲਾਂ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਹੁਨਰਮੰਦ ਪ੍ਰਤਿਭਾ ਦੀ ਆਵਾਜਾਈ ਅਤੇ ਆਦਾਨ ਪ੍ਰਦਾਨ ਨੇ ਦੋਵਾਂ ਅਰਥ ਵਿਵਸਥਾਵਾਂ ਵਿੱਚ ਨਵੀਨਤਾ, ਦੌਲਤ ਸਿਰਜਣ, ਆਰਥਿਕ ਵਿਕਾਸ, ਮੁਕਾਬਲੇਬਾਜ਼ੀ ਅਤੇ ਉਤਪਾਦਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੁਆਰਾ ਜਾਰੀ ਇੱਕ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਜਿਸ ਵਿੱਚ ਇਹ ਕਿਹਾ ਗਿਆ ਕਿ ਉਦਯੋਗ ਸਮੇਤ ਹੋਰ ਹਿੱਸੇਦਾਰੀ ਨੂੰ
ਆਪਣੀ ਫੀਡਬੈਕ ਦੇਣ ਦੇ ਲਈ 1 ਮਹੀਨਾ ਦਿੱਤਾ ਗਿਆ ਹੈ। ਸੋ ਡੋਨਾਲਡ ਟਰੰਪ ਨੇ H1B ਵੀਜ਼ਾ ਧਾਰਕਾਂ ਨੂੰ ਅਮਰੀਕੀ ਨੌਕਰੀਆਂ ਲਈ ਖੋਣ ਵਾਲਾ ਸ਼ਕਤੀ ਦੱਸਦੇ ਹੋਏ ਫੀਸ ਨੂੰ $1 ਲੱਖ ਤੱਕ ਵਧਾ ਦਿੱਤਾ ਸੀ। ਇਸ ਫੈਸਲੇ ਨੇ ਅਮਰੀਕਾ ਵਿੱਚ ਕੰਮ ਕਰਨ ਵਾਲੇ ਪ੍ਰਵਾਸੀਆਂ ਵਿੱਚ ਘਬਰਾਹਟ ਪੈਦਾ ਕਰ ਦਿੱਤੀ। ਹਾਲਾਂਕਿ ਅਮਰੀਕੀ ਪ੍ਰਸ਼ਾਸਨ ਨੇ ਬਾਅਦ ਵਿੱਚ ਸਪਸ਼ਟ ਕੀਤਾ ਕਿ ਇਹ ਫੀਸ ਸਿਰਫ ਇੱਕ ਵਾਰ ਲਈ ਜਾਵੇਗੀ ਅਤੇ ਸਿਰਫ ਨਵੀਆਂ ਵੀਜ਼ਾ ਅਰਜ਼ੀਆਂ ਤੇ ਲਾਗੂ ਹੋਵੇਗੀ। ਭਾਰਤੀ H1B ਵੀਜ਼ਾ ਦੇ ਸਭ ਤੋਂ ਵੱਡੇ ਲਾਭਪਾਤਰੀ ਹਨ। ਟਰੰਪ ਸਰਕਾਰ ਨੇ ਪੰਜਾਬੀ ਡਰਾਈਵਰਾਂ ਤੇ ਸ਼ਿਕੰਜਾ ਕੱਸਦਿਆਂ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ, ਜਿਸ ਨੂੰ ਜਲਦ ਡਿਪੋਰਟ ਕੀਤਾ ਜਾ ਸਕਦਾ ਹੈ। ਜੀ ਹਾਂ, ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਦੱਸਿਆ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਪ੍ਰਤਾਪ ਸਿੰਘ ਨੇ ਜੂਨ 2024 ਦੇ ਵਿੱਚ ਇੱਕ ਖਤਰਨਾਕ ਹਾਦਸੇ ਨੂੰ ਅੰਜਾਮ ਦਿੱਤਾ, ਜਿਸ ਦੌਰਾਨ 5 ਸਾਲ ਦੀ ਡਲਾਈਲਾ ਕੋਲਮੈਨ ਸਦਾ ਵਾਸਤੇ ਅਪਾਹਜ ਹੋ ਗਈ। ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਟ੍ਰੈਫਿਕ ਕ੍ਰੈਸ਼ ਰਿਪੋਰਟ ਕਹਿੰਦੀ ਹੈ ਕਿ ਟਰੱਕ ਡਰਾਈਵਰ ਪ੍ਰਤਾਪ ਸਿੰਘ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਅਤੇ ਕੰਸਟਰਕਸ਼ਨ ਜ਼ੋਨ ਵਿੱਚ ਉਹ ਆਪਣਾ ਟਰੱਕ ਰੋਕਣ ਵਿੱਚ ਅਸਫਲ ਰਿਹਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਮੁਤਾਬਕ ਪ੍ਰਤਾਪ ਸਿੰਘ ਅਕਤੂਬਰ 2022 ਵਿੱਚ ਮੈਕਸੀਕੋ ਦੀ ਸਰਹੱਦ ਰਾਹੀਂ ਅਮਰੀਕਾ ਦਾਖਲ ਹੋਇਆ ਅਤੇ ਜੋ ਬਾਈਡਨ ਸਰਕਾਰ ਨੇ ਉਸ ਨੂੰ ਰਿਹਾ ਕਰਦਿਆਂ ਵਰਕ ਪਰਮਿਟ ਦੇ ਦਿੱਤਾ। ਇਸ ਮਗਰੋਂ ਕੈਲੀਫੋਰਨੀਆ ਵਿੱਚ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਹਾਸਲ ਕਰਦਿਆਂ ਉਸਨੇ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। ਹਾਦਸਾ ਕੈਲੀਫੋਰਨੀਆ ਵਿੱਚ ਹੀ ਵਾਪਰਿਆ ਅਤੇ ਡਲਾਈਲਾ ਕੋਲਮੈਨ ਦੇ ਪਿਓ ਨੂੰ ਵੀ ਹਸਪਤਾਲ ਦਾਖਲ ਕਰਵਾਉਣਾ ਪਿਆ, ਜਦਕਿ ਕਈ ਹੋਰ ਲੋਕ ਵੀ ਜ਼ਖਮੀ ਹੋਏ। ਡਲਾਈਲਾ ਦੇ ਪਿਤਾ ਮੁਤਾਬਕ ਹਾਦਸੇ ਮਗਰੋਂ ਉਹ 3 ਹਫ਼ਤੇ ਕੋਮਾ ਵਿੱਚ ਰਹੀ ਅਤੇ 6 ਮਹੀਨੇ ਹਸਪਤਾਲ ਵਿੱਚ ਦਾਖਲ ਰੱਖਿਆ ਗਿਆ। ਹੁਣ ਉਹ ਤੁਰ ਨਹੀਂ ਸਕਦੀ ਹੈ, ਬੋਲ ਨਹੀਂ ਸਕਦੀ ਹੈ ਅਤੇ ਰੋਟੀ ਖਾਣੀ ਵੀ ਔਖੀ ਹੈ। ਹਾਦਸੇ ਦੌਰਾਨ ਡਲਾਈਲਾ ਦੇ ਸਿਰ ਵਿੱਚ ਕਈ ਫ੍ਰੈਕਚਰ ਹੋਏ, ਜਦਕਿ ਪੱਟ ਦੀ ਹੱਡੀ ਵੀ ਟੁੱਟ ਗਈ। ਉਸਦੇ ਸਰੀਰ ਵਿੱਚ ਇੰਨੀਆਂ ਸਮੱਸਿਆਵਾਂ ਪੈਦਾ ਹੋ ਚੁੱਕੀਆਂ ਹਨ ਕਿ ਪੂਰੀ ਜ਼ਿੰਦਗੀ ਥੈਰੇਪੀ ਦੀ ਜ਼ਰੂਰਤ ਪਵੇਗੀ। ਉਧਰ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਨੇ ਕਿਹਾ ਕਿ 18 ਟਾਇਰਾਂ ਵਾਲਾ ਟਰੱਕ ਚਲਾ ਰਹੇ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੇ ਡਲਾਈਲਾ ਦੀ ਜ਼ਿੰਦਗੀ ਸਦਾ ਵਾਸਤੇ ਬਦਲ ਦਿੱਤੀ, ਪਰ ਇਹ ਤਰਾਸਦੀ ਰੋਕੀ ਜਾ ਸਕਦੀ ਸੀ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੂੰ ਕਰੜੇ ਹੱਥੀ ਲੈਂਦਿਆਂ ਕ੍ਰਿਸਟੀ ਨੋਇਮ ਨੇ ਸਵਾਲ ਉਠਾਇਆ ਕਿ ਹੋਰ ਕਿੰਨੇ ਮਾਸੂਮ ਲੋਕਾਂ ਦੀ ਜਾਨ ਲੈਣੀ ਬਾਕੀ ਹੈ। ਉਹਨਾਂ ਨੇ ਕਿਹਾ ਕਿ ਗੈਵਿਨ ਨਿਊਸਮ ਅਮਰੀਕਾ ਵਾਸੀਆਂ ਦੀ ਜਾਨ ਨਾਲ ਖੇਡਣਾ ਬੰਦ ਕਰਨਗੇ। ਉਹਨਾਂ ਨੇ ਵੀ ਦਾਅਵਾ ਕੀਤਾ ਕਿ ਪ੍ਰਤਾਪ ਸਿੰਘ ਵਰਗੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਕੱਢਣ ਦੇ ਲਈ DHS 24 ਘੰਟੇ ਕੰਮ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਤਾਪ ਸਿੰਘ ਨੂੰ ਫ੍ਰਿਜ਼ਨੋ ਤੋਂ ਗ੍ਰਿਫਤਾਰ ਕੀਤਾ ਗਿਆ, ਪਰ 3 ਹੋਰ ਪੰਜਾਬੀ ਡਰਾਈਵਰਾਂ ਦੀ ਗ੍ਰਿਫਤਾਰੀ ਨਾਲ ਸੰਬੰਧਿਤ ਵੀਡੀਓ ਵਾਇਰਲ ਹੋ ਰਹੀ ਹੈ। ਓਕਲਾਹੋਮਾ ਅਤੇ ਅਰਕਾਨਸਾ ਰਾਜਾਂ ਵਿੱਚ ਟਰੱਕ ਡਰਾਈਵਰਾਂ ਨੂੰ ਘੇਰ ਕੇ ਅੰਗਰੇਜ਼ੀ ਟੈਸਟ ਲਏ ਜਾ ਰਹੇ ਹਨ ਅਤੇ ਅਸਫਲ ਹੋਣ ਵਾਲਿਆਂ ਤੇ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ, ਪਰ ਗੈਰ ਕਾਨੂੰਨੀ ਤਰੀਕੇ ਅਮਰੀਕਾ ਵਿੱਚ ਦਾਖਲ ਹੋਣ ਮਗਰੋਂ ਵਰਕ ਪਰਮਿਟ ਤੇ ਚੱਲ ਰਹੇ ਡਰਾਈਵਰਾਂ ਨੂੰ ਗ੍ਰਿਫਤਾਰ ਕਰਕੇ ਇਮੀਗ੍ਰੇਸ਼ਨ ਵਾਲਿਆਂ ਦੇ ਸਪੁਰਦ ਕੀਤਾ ਜਾ ਰਿਹਾ ਹੈ। ਲਾਚਾਰ ਪੰਜਾਬੀ ਡਰਾਈਵਰਾਂ ਦੀ ਵੀਡੀਓ ਡੂੰਘੇ ਸਵਾਲ ਪੈਦਾ ਕਰ ਰਹੀ ਹੈ, ਜਦੋਂ ਪਰਮਜੀਤ ਸਿੰਘ ਵਰਗੇ ਵੱਡੇ ਕਾਰੋਬਾਰੀ ਅਤੇ ਗ੍ਰੀਨ ਕਾਰਡ ਹੋਲਡਰ ਵੀ ਇਮੀਗ੍ਰੇਸ਼ਨ ਵਾਲਿਆਂ ਦੀ ਹਿਰਾਸਤ ਵਿੱਚ ਹਨ। ਦੱਸ ਦਈਏ ਕਿ ਹਰਜਿੰਦਰ ਸਿੰਘ ਮਾਮਲੇ ਵਿੱਚ ਵਾਈਟ ਹੋਕ ਟਰਾਂਸਪੋਰਟੇਸ਼ਨ ਦੀ ਮਾਲਕ ਨੂੰ ਫਲੋਰੀਡਾ ਵਿਖੇ ਤਲਬ ਕੀਤਾ ਗਿਆ ਹੈ। ਨਿਊਯਾਰਕ ਟਾਈਮਜ਼ ਦੁਆਰਾ ਸਮੀਖਿਆ ਕੀਤੀ ਗਈ ਦਸਤਾਵੇਜ਼ਾਂ ਦੇ ਅਨੁਸਾਰ ਡੋਨਾਲਡ ਟਰੰਪ ਨੇ ਸੈਕਰਾਮੈਂਟੋ ਵਿੱਚ ਇੱਕ ਚੋਟੀ ਦੇ ਸੰਘੀ ਵਕੀਲ ਨੂੰ ਉਸ ਸਮੇਂ ਬਰਖਾਸਤ ਕਰ ਦਿੱਤਾ ਜਦੋਂ ਉਸਨੇ ਇਮੀਗ੍ਰੇਸ਼ਨ ਏਜੰਟਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਉਸਦੇ ਜ਼ਿਲ੍ਹੇ ਵਿੱਚ ਲੋਕਾਂ ਨੂੰ ਅੰਨ੍ਹੇਵਾਹ ਹਿਰਾਸਤ ਵਿੱਚ ਨਹੀਂ ਲੈ ਸਕਦੇ। ਮਿਸ਼ੇਲ ਬੈਕਵਿਥ, ਜੋ ਜਨਵਰੀ ਦੇ ਵਿੱਚ ਸੈਕਰਾਮੈਂਟੋ ਵਿੱਚ ਕਾਰਜਕਾਰੀ ਅਮਰੀਕੀ ਵਕੀਲ ਬਣੀ ਸੀ, ਉਸ ਨੂੰ 15 ਜੁਲਾਈ ਨੂੰ ਸ਼ਾਮ ਦੇ ਸਮੇਂ ਇੱਕ ਈਮੇਲ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਉਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਸ਼ਟਰਪਤੀ ਨੇ ਉਸ ਨੂੰ ਬਰਖਾਸਤ ਕਰਨ ਦਾ ਆਦੇਸ਼ ਦਿੱਤਾ ਹੈ। ਇੱਕ ਦਿਨ ਪਹਿਲਾਂ ਬੈਕਵਿਥ ਨੂੰ ਗ੍ਰੈਗਰੀ ਦਾ ਫੋਨ ਆਇਆ, ਜੋ ਸੈਕਰਾਮੈਂਟੋ ਤੋਂ 600 ਮੀਲ ਦੱਖਣ ਵਿੱਚ ਇੱਕ ਸਰਹੱਦੀ ਸ਼ਹਿਰ ਐਲ ਸੈਂਟਰੋ ਵਿੱਚ ਬਾਰਡਰ ਪੈਟਰੋਲ ਯੂਨਿਟ ਦੀ ਅਗਵਾਈ ਕਰਦੇ ਹਨ। ਬੈਵੀਨੋ ਸੈਕਰਾਮੈਂਟੋ ਵਿੱਚ ਇੱਕ ਇਮੀਗ੍ਰੇਸ਼ਨ ਛਾਪੇਮਾਰੀ ਦੀ ਯੋਜਨਾ ਬਣਾ ਰਹੀ ਸੀ ਅਤੇ ਉਸਨੇ ਬੈਕਵਿਥ ਨੂੰ ਕਿਹਾ ਕਿ ਜੇਕਰ ਉਸਦੇ ਅਧਿਕਾਰੀਆਂ ਤੇ ਹਮਲਾ ਕੀਤਾ ਗਿਆ ਹੈ ਤਾਂ ਉਹ ਸੰਪਰਕ ਕਰੇ। ਟਾਈਮਜ਼ ਨੇ ਬੈਕਵਿਥ ਦੇ ਹਵਾਲੇ ਦੇ ਨਾਲ ਰਿਪੋਰਟ ਕੀਤੀ ਹੈ। ਉਸਨੇ ਬੈਵੀਨੋ ਨੂੰ ਸੂਚਿਤ ਕੀਤਾ ਕਿ ਏਜੰਟਾਂ ਨੂੰ ਅਪ੍ਰੈਲ ਵਿੱਚ ਜਾਰੀ ਕੀਤੇ ਗਏ ਸੰਘੀ ਅਦਾਲਤ ਦੇ ਹੁਕਮ ਦੇ ਅਨੁਸਾਰ ਬੇਕਰਸਫੀਲਡ ਦੇ ਉੱਤਰ ਵਿੱਚ ਉਸਦੇ ਜ਼ਿਲ੍ਹੇ ਵਿੱਚ ਲੋਕਾਂ ਨੂੰ ਅੰਨ੍ਹੇਵਾਹ ਰੋਕਣ ਦੀ ਇਜਾਜ਼ਤ ਨਹੀਂ ਸੀ, ਜੋ ਏਜੰਸੀ ਨੂੰ ਬਿਨਾਂ ਕਿਸੇ ਵਾਜਬ ਸ਼ੱਕ ਦੇ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਰੋਕਦਾ ਹੈ। ਅਮਰੀਕੀ ਸੁਪਰੀਮ ਕੋਰਟ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਲਾਸ ਐਂਜਲਸ ਵਿੱਚ ਜਾਰੀ ਕੀਤੇ ਗਏ ਇੱਕ ਸਮਾਨ ਅਦਾਲਤੀ ਹੁਕਮ ਨੂੰ ਉਲਟਾ ਦਿੱਤਾ ਹੈ। ਸੋ ਇਸ ਵਕੀਲ ਦੇ ਵੱਲੋਂ ਜੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਸੀ ਉਸ ਨੂੰ ਰੋਕਣ ਦੀ ਅਪੀਲ ਕੀਤੀ ਗਈ ਸੀ, ਪਰ ਟਰੰਪ ਪ੍ਰਸ਼ਾਸਨ ਨੇ ਇਸ ਨੂੰ ਬਰਖਾਸਤ ਕਰ ਦਿੱਤਾ ਹੈ।
ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ ਅਮਰੀਕਾ 'ਚ ਇੱਕ ਭਾਰਤੀ ਮੂਲ ਦੇ ਡਾਕਟਰ ਨੂੰ ਸਿਹਤ ਸੰਭਾਲ ਧੋਖਾਧੜੀ, ਇਲੈਕਟ੍ਰੋਨਿਕ ਸੰਚਾਰ ਧੋਖਾਧੜੀ, ਨਿਯੰਤਰਿਤ ਪਦਾਰਥਾਂ ਨੂੰ ਗੈਰ ਕਾਨੂੰਨੀ ਤੌਰ ਤੇ ਵੰਡਣ ਦੀ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਨਾਲ ਸੰਬੰਧਿਤ ਅਪਰਾਧਾਂ ਦੇ ਲਈ 168 ਮਹੀਨੇ ਜਾਂ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। एक बयान विच न्याय विभाग ने कहा कि पेंसिल्वेनिया के बेंसलेम के 48 साल डॉक्टर नील के आनंद ਨੂੰ 2 मिलियन अमरीकी डॉलर तो ਵੱਧ ਦੀ ਮੁਆਵਜ਼ਾ ਅਤੇ 2 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਜ਼ਬਤ ਕਰਨ ਦਾ ਹੁਕਮ ਵੀ ਦਿੱਤਾ ਗਿਆ ਹੈ। ਆਨੰਦ ਨੂੰ ਇਸ ਸਾਲ ਅਪ੍ਰੈਲ ਵਿੱਚ ਮੈਡੀਕੇਅਰ ਯੂਐਸ ਆਫਿਸ ਆਫ ਪਰਸੋਨਲ ਮੈਨੇਜਮੈਂਟ, ਇੰਡੀਪੈਂਡੈਂਸ ਬਲੂ ਕਰਾਸ ਅਤੇ ਹੋਰਾਂ ਨੂੰ बेलोड़ियां नुस्खे वालियां दवाइयां ਲਈ ਦਾਅਵੇ ਜਮ੍ਹਾਂ ਕਰਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਨਿਆਂ ਵਿਭਾਗ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਦਵਾਈਆਂ ਆਨੰਦ ਦੀ ਮਲਕੀਅਤ ਵਾਲੀਆਂ ਵੱਖ-ਵੱਖ ਫਾਰਮੇਸੀਆਂ ਦੁਆਰਾ ਮਰੀਜ਼ਾਂ ਨੂੰ ਵੰਡੀਆਂ ਗਈਆਂ ਸਨ। ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਕੁੱਲ ਮਿਲਾ ਕੇ ਮੈਡੀਕੇਅਰ, ਓਪੀਐਮ, ਆਈਬੀਸੀ ਅਤੇ ਐਂਥਮ ਨੇ 2.4 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਅਦਾਇਗੀ ਕੀਤੀ। आनंद ने डॉक्टरी अभ्यास के आम अभ्यासों तो बाहर ਅਤੇ बिना किसी जायज़ डॉक्टरी उद्देश्य के ऑक्सीकोडोन वंडन की साजिश भी रची। मरीजां ਨੂੰ उत्पाद तोहफे स्वीकार करने ਲਈ ਲੁਭਾਇਆ ਗਿਆ। ਬਿਆਨ ਦੇ ਅਨੁਸਾਰ ਸਾਜ਼ਿਸ਼ ਦੇ ਹਿੱਸੇ ਵਜੋਂ ਇੱਕ ਗੈਰ ਲਾਇਸੈਂਸਸ਼ੁਦਾ ਮੈਡੀਕਲ ਸਿਖਿਆਰਥੀ ਨੇ ਆਨੰਦ ਦੁਆਰਾ ਪਹਿਲਾਂ ਤੋਂ ਦਸਤਖਤ ਕੀਤੇ ਖਾਲੀ ਪਰਚੀਆਂ ਤੇ ਨਿਯੰਤਰਿਤ ਪਦਾਰਥਾਂ ਲਈ ਨੁਸਖੇ ਲਿਖੇ। विभाग ने कहा कि योजना के हिस्से वजों आनंद ने 9 ਵੱਖ-ਵੱਖ मरीजों ਲਈ 20,850 ऑक्सीकोडोन गोलियां लिखियां, पर जदों उसनूं पता लगा कि वह जांच अधीन है तो आनंद ने एक रिश्तेदार के नाम और एक नाबालग रिश्तेदार के फायदे लिए एक खाते में लगभग 1.2 मिलियन डॉलर ट्रांसफर करके धोखाधड़ी वाली कमाई नूं छुपाया। ट्रंप टैरिफ ਦੇ ਵਿਚਕਾਰ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਅਗਵਾਈ ਵਿੱਚ ਇੱਕ ਭਾਰਤੀ ਵਫਦ ਨੇ ਅਮਰੀਕਾ ਦਾ ਦੌਰਾ ਕੀਤਾ। ਇਸ ਦੌਰੇ ਦੇ ਦੌਰਾਨ ਭਾਰਤ ਅਮਰੀਕਾ ਵਪਾਰ ਸੌਦੇ ਬਾਰੇ ਦੋਵਾਂ ਦੇਸ਼ਾਂ ਦੇ ਵਿਚਕਾਰ ਚੱਲ ਰਹੀ ਗੱਲਬਾਤ ਨੂੰ ਅੱਗੇ ਵਧਾਇਆ ਗਿਆ। ਇਸ ਫੇਰੀ ਬਾਰੇ ਭਾਰਤ ਦੇ ਵਣਜ ਮੰਤਰਾਲੇ ਨੇ ਇਹ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਪ੍ਰਸਤਾਵਿਤ ਵਪਾਰ ਸਮਝੌਤੇ ਦੇ ਵੱਖ-ਵੱਖ ਪਹਿਲੂਆਂ ਤੇ ਚਰਚਾ ਕੀਤੀ ਅਤੇ ਦੋਵਾਂ ਧਿਰਾਂ ਨੇ ਆਪਸੀ ਲਾਭਦਾਇਕ ਵਪਾਰ ਸਮਝੌਤੇ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਆਪਣੀਆਂ ਗੱਲਬਾਤਾਂ ਜਾਰੀ ਰੱਖਣ ਦਾ ਫੈਸਲਾ ਕੀਤਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਵਪਾਰ ਗੱਲਬਾਤ ਲਈ ਅਮਰੀਕਾ ਦੇ ਅਧਿਕਾਰੀਆਂ ਦੇ ਇੱਕ ਵਫਦ ਦੀ ਅਗਵਾਈ ਕੀਤੀ। ਭਾਰਤੀ ਵਫਦ 3 ਦਿਨ ਦੀ ਗੱਲਬਾਤ ਤੋਂ ਬਾਅਦ 24 ਸਤੰਬਰ ਨੂੰ ਅਮਰੀਕਾ ਤੋਂ ਵਾਪਸ ਆਇਆ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਫਦ ਨੇ ਸਮਝੌਤੇ ਦੇ ਵੱਖ-ਵੱਖ ਪਹਿਲੂਆਂ ਤੇ ਅਮਰੀਕੀ ਸਰਕਾਰੀ ਅਧਿਕਾਰੀਆਂ ਦੇ ਨਾਲ ਰਚਨਾਤਮਕ ਮੀਟਿੰਗਾਂ ਕੀਤੀਆਂ ਹਨ। ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਦੋਵਾਂ ਧਿਰਾਂ ਨੇ ਇੱਕ ਸਮਝੌਤੇ ਦੇ ਸੰਭਾਵੀ ਢਾਂਚੇ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਅਤੇ ਇੱਕ ਆਪਸੀ ਲਾਭਦਾਇਕ ਵਪਾਰ ਸਮਝੌਤੇ ਤੇ ਜਲਦੀ ਸਿੱਟੇ ਤੇ ਪਹੁੰਚਣ ਦੇ ਉਦੇਸ਼ ਨਾਲ ਗੱਲਬਾਤ ਜਾਰੀ ਰੱਖਣ ਦਾ ਫੈਸਲਾ ਵੀ ਕੀਤਾ। इस फेरी के दौरान मंत्री ने संयुक्त राष्ट्र के व्यापार प्रतिनिधि राजदूत जैमिसन ग्रीर ਅਤੇ ਭਾਰਤ ਲਈ ਅਮਰੀਕੀ ਰਾਜਦੂਤ ਨਿਯੁਕਤ ਸਰਜੀਓ ਗੋਰ ਨਾਲ ਮੁਲਾਕਾਤਾਂ ਕੀਤੀਆਂ। ਦੁਵੱਲੇ ਵਪਾਰ ਮਾਮਲਿਆਂ ਤੇ ਅਮਰੀਕੀ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤਾਂ ਤੋਂ ਇਲਾਵਾ ਵਫਦ ਨੇ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਪ੍ਰਮੁੱਖ ਅਮਰੀਕੀ ਕਾਰੋਬਾਰਾਂ ਅਤੇ ਨਿਵੇਸ਼ਕਾਂ ਨਾਲ ਵੀ ਵਿਚਾਰ ਵਟਾਂਦਰੇ ਕੀਤੇ। ਓਨਟਾਰੀਓ ਦੇ ਰਿਚਮੰਡ ਹਿੱਲ ਵਿਖੇ टारगेटेड शूटिंग दौरान एक जने की मौत हो गई है। यार्क रीजनल पुलिस के कांस्टेबल जेम्स डिक्सन ने दस्सिया कि मैपल ग्रोव एवेन्यू और किंग रोड नेड़े पार्कर एवेन्यू विखे वारदात की इतलाह मिली और मौके पर पुजे अफसरां नूं एक जना जख्मी हालत में मिलिया। पैरामैडिक्स वालों उसनूं मुढ़ली सहायता दिंदियां अस्पताल लिजाण के यतन किए गए, पर मौके पर ही उसने दम तोड़ दिता। मरण वाले की शनाख्त जाहिर नहीं की गई। डिक्सन ने कहा कि 2 शक्कियां की भाल की जा रही है, पर फिलहाल उन्होंने दे वेरवे सांझे करने संभव नहीं है। उन्होंने कहा कि यह वारदात आम लोगों की सुरक्षा वास्ते कोई खतरा पैदा नहीं करती। पुलिस वालों गोलीबारी के मकसद बारे भी कोई जिक्र नहीं किया गया और लोगों को अपील की है कि जे किसी के डैश कैम या डोरबैल कैमरे में शक्कियां की तस्वीर कैद हुई होवे तां जांचकर्तावां दे नाल सांझियां कीतियां जाण। फ्रांस विच सिख नौजवान का छुरे मार के कतल करन दा होण लग मामला सामने आया है। 40 साल के हरपाल सिंह उर्फ हैरी की एक वीडियो सामने आई है जिस विच ओह लहू लुहान होया धरती ते पिया नजर आउंदा है। यह वीडियो हरपाल सिंह के एक दोस्त ने भारत रहिंदे उसके परिवार नूं भेजी है। हरपाल सिंह की छाती और पेट ते तेज़धार हथियारां नाल किते जख्म देखे जा सकते हैं।
ਕੁਝ ਲੋਕ ਹਰਪਾਲ ਸਿੰਘ ਦੇ ਆਲੇ ਦੁਆਲੇ ਵੀ ਖੜੇ ਹਨ ਜੋ ਪੰਜਾਬੀ ਅਤੇ ਹਿੰਦੀ ਵਿੱਚ ਗੱਲਾਂ ਕਰਦੇ ਸੁਣੇ ਜਾ ਸਕਦੇ ਹਨ, ਪਰ ਕਿਸੇ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆਉਂਦਾ। ਮੰਨਿਆ ਜਾ ਰਿਹਾ ਹੈ ਕਿ ਵਾਰਦਾਤ ਅਜਿਹੇ ਇਲਾਕੇ ਵਿੱਚ ਵਾਪਰੀ ਜਿੱਥੇ ਭਾਰਤੀ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਇੱਕ ਨੌਜਵਾਨ ਗੋਡਿਆਂ ਵਿੱਚ ਸਿਰ ਦੇ ਕੇ ਰੋਂਦਾ ਨਜ਼ਰ ਆਉਂਦਾ ਹੈ, ਪਰ ਇਸ ਦੀ ਵੀ ਪਛਾਣ ਨਹੀਂ ਹੋ ਸਕੀ। ਇੱਥੇ ਦੱਸਣਾ ਬਣਦਾ ਹੈ ਕਿ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਸਤੋੜਾ ਨਾਲ ਸੰਬੰਧਿਤ ਹਰਪਾਲ ਸਿੰਘ ਤਕਰੀਬਨ 15 ਸਾਲ ਪਹਿਲਾਂ ਫਰਾਂਸ ਪੁੱਜਾ ਅਤੇ ਇੱਥੇ ਇੱਕ ਹੋਟਲ ਵਿੱਚ ਕੰਮ ਕਰ ਰਿਹਾ ਸੀ। ਹਰਪਾਲ ਸਿੰਘ ਦੇ ਪਿਤਾ ਬਲਬੀਰ ਸਿੰਘ ਖੇਤੀ ਕਰਦੇ ਹਨ, ਜਦਕਿ ਹਰਪਾਲ ਸਿੰਘ ਦੀ ਪਤਨੀ ਅਤੇ 2 ਬੱਚੇ ਪਿੰਡ ਵਿੱਚ ਹੀ ਰਹਿੰਦੇ ਹਨ। ਹਰਪਾਲ ਸਿੰਘ ਨੂੰ ਵਿਦੇਸ਼ ਭੇਜਣ ਲਈ ਪਿਤਾ ਨੇ ਸਭ ਕੁਝ ਦਾਅ ਤੇ ਲਾ ਦਿੱਤਾ, ਪਰ ਅਚਨਚੇਤ ਵਾਪਰੀ ਵਾਰਦਾਤ ਮਗਰੋਂ ਸਭ ਕੁਝ ਖੇਰੂ ਹੋ ਗਿਆ। ਦੁੱਖ ਵਿੱਚ ਡੁੱਬੇ ਬਲਬੀਰ ਸਿੰਘ ਵੱਲੋਂ ਪੁੱਤ ਦੀ ਦੇਹ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਗਈ ਅਤੇ ਇਸ ਦੇ ਨਾਲ ਹੀ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਬਲਬੀਰ ਸਿੰਘ ਮੁਤਾਬਕ ਉਹਨਾਂ ਨੂੰ ਕੁਝ ਪਤਾ ਨਹੀਂ ਕਿ ਆਖਿਰਕਾਰ ਇਹ ਸਭ ਕਿਉਂ ਅਤੇ ਕਿਵੇਂ ਹੋਇਆ। ਅਮਰੀਕਾ ਵਿੱਚ ਊਰਜਾ ਕੰਪਨੀ ਵਾਰੀ ਐਨਰਜੀਜ਼ ਵਿਰੁੱਧ ਜਾਂਚ ਸ਼ੁਰੂ ਹੋ ਗਈ ਹੈ। ਕੰਪਨੀ ਤੇ ਟੈਕਸ ਚੋਰੀ ਦਾ ਦੋਸ਼ ਲਗਾਇਆ ਗਿਆ ਹੈ। ਇਸ ਖਬਰ ਤੋਂ ਬਾਅਦ ਕੰਪਨੀ ਦੇ ਸ਼ੇਅਰਸ ਵਿੱਚ ਕਾਫੀ ਗਿਰਾਵਟ ਆਈ। ਵਾਰੀ ਐਨਰਜੀਜ਼ ਦੇ ਸ਼ੇਅਰ 6% ਡਿੱਗ ਗਏ। ਇਸ ਦੇ ਸ਼ੇਅਰ NSE ਤੇ 5.45% ਘਟ ਕੇ 3257 ਰੁਪਏ ਤੇ ਵਪਾਰ ਕਰ ਰਹੇ ਹਨ। US ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਵਾਰੀ ਅਤੇ ਅਮਰੀਕਨ ਅਲਾਈਅੰਸ ਫॉर ਸੋਲਰ ਮੈਨੂਫੈਕਚਰਿੰਗ ਟ੍ਰੇਡ ਕਮੇਟੀ ਘਰੇਲੂ ਸੂਰਜੀ ਊਰਜਾ ਨਿਰਮਾਤਾਵਾਂ ਦੇ ਗਠਜੋੜ, ਜਿਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਏਜੰਸੀ ਨੂੰ ਜਾਂਚ ਦੀ ਬੇਨਤੀ ਕਰਦੇ ਹੋਏ ਲਿਖਿਆ ਸੀ, ਉਹਨਾਂ ਦੇ ਵਕੀਲਾਂ ਨੂੰ ਭੇਜੇ ਗਏ ਇੱਕ ਮੈਮੋਰੈਂਡਮ ਵਿੱਚ ਜਾਂਚ ਦਾ ਖੁਲਾਸਾ ਕੀਤਾ। ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ ਅਮਰੀਕਾ ਨੇ ਭਾਰਤ ਦੇ ਸਭ ਤੋਂ ਵੱਡੇ ਸੋਲਰ ਪੈਨਲ ਨਿਰਮਾਤਾ ਵਾਰੀ ਐਨਰਜੀਜ਼ ਵਿਰੁੱਧ ਚੀਨੀ ਸੋਲਰ ਸੈੱਲਾਂ ਦੇ ਐਂਟੀ ਡੰਪਿੰਗ ਅਤੇ ਕੰਪਿਊਟਰ ਵੇਲਿੰਗ ਡਿਊਟੀਆਂ ਤੋਂ ਬਚਣ ਦੇ ਸ਼ੱਕ ਵਿੱਚ ਇੱਕ ਰਸਮੀ ਜਾਂਚ ਸ਼ੁਰੂ ਕੀਤੀ ਹੈ। ਬਲੂਮਬਰਗ ਦੇ ਅਨੁਸਾਰ US ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਵਾਰੀ ਅਤੇ ਇਸ ਦੇ US ਸਹਿਯੋਗੀ ਵਾਰੀ ਸੋਲਰ ਅਮਰੀਕਾ ਇੰਕ ਦੇ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਅੰਤਰਿਮ ਉਪਾਅ ਲਗਾਏ ਹਨ। ਵਾਜਬ ਸ਼ੱਕ ਦਾ ਹਵਾਲਾ ਦਿੰਦੇ ਹੋਏ ਕਿ ਕੰਪਨੀ ਨੇ ਸਜ਼ਾਯੋਗ ਡਿਊਟੀਆਂ ਤੋਂ ਬਚਣ ਲਈ ਆਯਾਤ ਨੂੰ ਗਲਤ ਵਰਗੀਕ੍ਰਿਤ ਕੀਤਾ। ਅਮਰੀਕਨ ਅਲਾਈਅੰਸ ਫॉर ਸੋਲਰ ਮੈਨੂਫੈਕਚਰਿੰਗ ਟ੍ਰੇਡ ਕਮੇਟੀ ਦੀ ਇੱਕ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਵਾਰੀ ਚੀਨੀ ਉਤਪਾਦਾਂ ਤੇ ਟੈਰਿਫ ਤੋਂ ਬਚਣ ਲਈ ਭਾਰਤ ਵਿੱਚ ਨਿਰਮਿਤ ਚੀਨੀ ਮੂਲ ਦੇ ਸੋਲਰ ਸੈੱਲਾਂ ਨੂੰ ਰੀਲੇਬਲ ਕਰ ਰਿਹਾ ਸੀ। ਵਾਰੀ ਜੋ ਸੋਲਰ ਮੋਡਿਊਲ ਅਤੇ ਇਨਵਰਟਰ ਵੇਚਦਾ ਹੈ, ਉਸਨੇ ਅਜੇ ਤੱਕ ਜਾਂਚ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। UK 'ਚ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਕੰਮ ਪ੍ਰਾਪਤ ਕਰਨ ਲਈ ਇੱਕ ਲਾਜ਼ਮੀ ਡਿਜੀਟਲ ਪਛਾਣ ਪੱਤਰ ਪੇਸ਼ ਕਰਨਾ ਜ਼ਰੂਰੀ ਹੋਵੇਗਾ। ਬ੍ਰਿਟਿਸ਼ ਸਰਕਾਰ ਨੇ ਇਸ ਦਾ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਕਿ ਇਹ ਯੋਜਨਾ ਲੋਕਾਂ ਲਈ ਗੈਰ ਰਸਮੀ ਅਰਥ ਵਿਵਸਥਾ 'ਚ ਕੰਮ ਕਰਨਾ ਔਖਾ ਬਣਾ ਦੇਵੇਗੀ, ਜਿਸ ਨਾਲ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਘਟਾਉਣ 'ਚ ਮਦਦ ਮਿਲੇਗੀ। ਸਰਕਾਰ ਨੇ ਇਹ ਵੀ ਕਿਹਾ ਕਿ ਇਹ ਲੋਕਾਂ ਲਈ ਸਿਹਤ ਸੰਭਾਲ ਭਲਾਈ ਪ੍ਰੋਗਰਾਮਾਂ, ਬੱਚਿਆਂ ਦੀ ਦੇਖਭਾਲ ਅਤੇ ਹੋਰ ਜਨਤਕ ਸੇਵਾਵਾਂ ਤੱਕ ਪਹੁੰਚ ਆਸਾਨ ਬਣਾ ਦੇਵੇਗੀ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ, ਇਸ ਨਾਲ ਦੇਸ਼ ਵਿੱਚ ਗੈਰ ਕਾਨੂੰਨੀ ਤੌਰ ਤੇ ਕੰਮ ਕਰਨਾ ਔਖਾ ਹੋ ਜਾਵੇਗਾ, ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਇਆ ਜਾਵੇਗਾ ਅਤੇ ਆਮ ਨਾਗਰਿਕਾਂ ਨੂੰ ਕਈ ਲਾਭ ਵੀ ਪ੍ਰਦਾਨ ਕੀਤੇ ਜਾਣਗੇ। ਭਾਰਤੀ ਮੂਲ ਦੀ ਇੱਕ ਮਹਿਲਾ ਤੇ ਪੁਰਸ਼ ਨੂੰ ਸ਼ੁੱਕਰਵਾਰ ਨੂੰ ਪੱਛਮੀ ਲੰਡਨ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਹਨਾਂ ਉੱਤੇ ਤਕਰੀਬਨ 2 ਸਾਲ ਪਹਿਲਾਂ 3 ਸਾਲ ਦੀ ਬੱਚੀ ਦੇ ਕਤਲ ਦਾ ਦੋਸ਼ ਹੈ। ਮਹਾਨਗਰ ਦੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਮਨਪ੍ਰੀਤ ਜਟਾਣਾ ਤੇ ਜਸਕ੍ਰਿਤ ਸਿੰਘ ਉੱਪਲ ਨੂੰ ਓਕਸਬ੍ਰਿਜ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਕੀਤਾ ਗਿਆ। ਉਹਨਾਂ ਉੱਤੇ ਬੱਚੀ ਦੀ ਮੌਤ ਦੀ ਜਾਰੀ ਜਾਂਚ ਦੇ ਤਹਿਤ ਕਤਲ ਦਾ ਦੋਸ਼ ਲਗਾਇਆ ਗਿਆ। ਪੁਲਿਸ ਨੇ ਬੱਚੀ ਦੀ ਪਛਾਣ ਪੇਨੇਲੋਪ ਚੰਦਰੀ ਦੇ ਰੂਪ ਵਿੱਚ ਕੀਤੀ ਹੈ। ਲੰਡਨ ਦੀ ਐਮਰਜੈਂਸੀ ਸੇਵਾ ਨੂੰ 17 ਦਸੰਬਰ 2023 ਦੀ ਸ਼ਾਮ ਨੂੰ ਹੇਸ ਵਿੱਚ ਪੈਨਾਈਨ ਵੇ ਸਥਿਤ ਇੱਕ ਰਿਹਾਇਸ਼ੀ ਥਾਂ ਉੱਤੇ ਬੁਲਾਇਆ ਗਿਆ। ਬੱਚੀ ਉੱਥੇ ਮਰੀ ਹੋਈ ਮਿਲੀ। ਮਹਾਨਗਰ ਦੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਦੀ ਮੌਤ ਦੀ ਜਾਂਚ ਜਾਰੀ ਹੈ ਤੇ ਵੀਰਵਾਰ 25 ਸਤੰਬਰ ਨੂੰ ਇਸ ਸਬੰਧ ਵਿੱਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਦੋਵਾਂ ਲੋਕਾਂ ਉੱਤੇ ਬੱਚੀ ਦੇ ਕਤਲ ਦਾ ਦੋਸ਼ ਲਗਾਇਆ ਗਿਆ। ਜਨਰੇਸ਼ਨ Z यानी कि ਜੈਨਜੀ ਦਾ ਵਿਰੋਧ ਪ੍ਰਦਰਸ਼ਨ ਜੋ ਕਿ ਪਹਿਲਾਂ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਨੇਪਾਲ ਵਿੱਚ ਦੇਖਿਆ ਗਿਆ ਸੀ, ਹੁਣ ਦੱਖਣ ਪੂਰਬੀ ਏਸ਼ੀਆ ਦੇ ਗਰੀਬ ਦੇਸ਼ ਪੂਰਬੀ ਤਿਮੋਰ यानी ਤਿਮੋਰ ਲੈਸਟੇ ਵਿੱਚ ਵੀ ਪਹੁੰਚ ਗਿਆ ਹੈ। ਨੌਜਵਾਨਾਂ ਦੇ ਜ਼ੋਰਦਾਰ ਵਿਰੋਧ ਕਾਰਨ ਉੱਥੇ ਦੀ ਸਰਕਾਰ ਨੂੰ 2 ਵਿਵਾਦਿਤ ਯੋਜਨਾਵਾਂ ਨੂੰ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਪਹਿਲੀ ਯੋਜਨਾ ਸਾਬਕਾ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਸੰਸਦ ਮੈਂਬਰਾਂ ਲਈ
ਜੀਵਨ ਭਰ ਦੀ ਪੈਨਸ਼ਨ ਦੇਣ ਦੀ ਸੀ, ਜਦਕਿ ਦੂਜੀ ਯੋਜਨਾ ਮੌਜੂਦਾ ਸੰਸਦ ਮੈਂਬਰਾਂ ਲਈ ਮਹਿੰਗੀਆਂ ਗੱਡੀਆਂ ਖਰੀਦਣ ਦੀ ਸੀ। ਨੌਜਵਾਨਾਂ ਦਾ ਇਹ ਵਿਰੋਧ ਸਭ ਤੋਂ ਪਹਿਲਾਂ 1 ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਜਦੋਂ ਸਰਕਾਰ ਨੇ 65 ਸੰਸਦ ਮੈਂਬਰਾਂ ਲਈ ਲਗਭਗ $4.2 ਮਿਲੀਅਨ ਦੀ ਲਾਗਤ ਨਾਲ ਨਵੀਆਂ SUV ਖਰੀਦਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ, ਜੋ ਬਾਅਦ ਵਿੱਚ 2006 ਵਿੱਚ ਬਣਾਏ ਗਏ ਜੀਵਨ ਭਰ ਦੀ ਪੈਨਸ਼ਨ ਦੇ ਨਿਯਮ ਵਿਰੁੱਧ ਵੀ ਫੈਲ ਗਿਆ। ਇਹ ਨਿਯਮ ਸਾਬਕਾ ਅਧਿਕਾਰੀਆਂ ਨੂੰ ਉਹਨਾਂ ਦੀ ਆਖਰੀ ਤਨਖਾਹ ਦੇ ਬਰਾਬਰ ਪੈਨਸ਼ਨ ਦਿੰਦਾ ਸੀ, ਜਿਸ ਨਾਲ ਸਰਕਾਰ ਤੇ ਸਾਲਾਨਾ ਲੱਖਾਂ ਡਾਲਰ ਦਾ ਬੋਝ ਪੈਂਦਾ ਸੀ। ਨੌਜਵਾਨਾਂ ਦੇ ਜ਼ਬਰਦਸਤ ਵਿਰੋਧ ਦੇ ਮੱਦੇਨਜ਼ਰ ਪੂਰਬੀ ਤਿਮੋਰ ਦੀ ਸੰਸਦ ਨੇ ਇੱਕ ਇਤਿਹਾਸਕ ਫੈਸਲਾ ਲਿਆ। 65 ਵਿੱਚੋਂ 62 ਸੰਸਦ ਮੈਂਬਰਾਂ ਨੇ ਸਰਬਸੰਮਤੀ ਨਾਲ ਜੀਵਨ ਭਰ ਦੀ ਪੈਨਸ਼ਨ ਵਾਲੇ ਕਾਨੂੰਨ ਦੇ ਖਿਲਾਫ ਵੋਟ ਦਿੱਤੀ, ਜਿਸ ਤੋਂ ਬਾਅਦ ਇਸ ਕਾਨੂੰਨ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ। ਇਹ ਮਤਾ ਹੁਣ ਰਾਸ਼ਟਰਪਤੀ ਜੋਸ ਰਾਮੋਸ ਹੋਰਟਾ ਕੋਲ ਭੇਜਿਆ ਜਾਵੇਗਾ, ਜਿਨ੍ਹਾਂ ਦੇ ਦਸਤਖਤ ਤੋਂ ਬਾਅਦ ਇਹ ਕਾਨੂੰਨ ਪੂਰੀ ਤਰ੍ਹਾਂ ਰੱਦ ਹੋ ਜਾਵੇਗਾ। ਇਸ ਤੋਂ ਇਲਾਵਾ ਸਰਕਾਰੀ ਅਧਿਕਾਰੀਆਂ ਨੂੰ ਦਿੱਤੇ ਜਾਣ ਵਾਲੇ ਭਾਰੀ ਭੱਤਿਆਂ ਵਿੱਚ ਵੀ ਕਟੌਤੀ ਕੀਤੀ ਗਈ ਹੈ। ਕਈ ਪੱਛਮੀ ਦੇਸ਼ਾਂ ਜਿਵੇਂ ਕਿ ਬ੍ਰਿਟੇਨ, ਫਰਾਂਸ ਅਤੇ ਕੈਨੇਡਾ ਦੁਆਰਾ ਮਾਨਤਾ ਮਿਲਣ ਤੋਂ ਬਾਅਦ ਫਲਸਤੀਨ ਨੇ ਹੁਣ ਬ੍ਰਿਕਸ ਸਮੂਹ ਦੀ ਮੈਂਬਰਸ਼ਿਪ ਲਈ ਅਰਜ਼ੀ ਦਿੱਤੀ ਹੈ। ਇਸ ਕਦਮ ਨੂੰ ਅੰਤਰਰਾਸ਼ਟਰੀ ਮੰਚ ਤੇ ਫਲਸਤੀਨ ਦੀ ਰਾਜਨੀਤਿਕ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਰੂਸ ਦੇ ਵਿੱਚ ਫਲਸਤੀਨ ਦੇ ਰਾਜਦੂਤ ਅਬਦੇਲ ਹਾਫਿਜ਼ ਨੋਫਾਲ ਨੇ ਦੱਸਿਆ ਕਿ ਉਹਨਾਂ ਨੇ ਪੂਰੀ ਮੈਂਬਰਸ਼ਿਪ ਲਈ ਅਰਜ਼ੀ ਦਿੱਤੀ ਹੈ, ਪਰ ਜਦੋਂ ਤੱਕ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਉਹ ਇੱਕ ਮਹਿਮਾਨ ਦੇਸ਼ ਬਣੇ ਰਹਿਣਗੇ। ਉਹਨਾਂ ਨੇ ਕਿਹਾ ਕਿ ਅਜੇ ਤੱਕ ਉਹਨਾਂ ਨੂੰ ਕੋਈ ਰਸਮੀ ਜਵਾਬ ਨਹੀਂ ਮਿਲਿਆ। ਚੀਨ ਨੇ ਫਲਸਤੀਨ ਦੀ ਅਰਜ਼ੀ ਦਾ ਸਵਾਗਤ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਬੀਜਿੰਗ ਬ੍ਰਿਕਸ ਵਿੱਚ ਹੋਰ ਸਮਾਨ ਸੋਚ ਵਾਲੇ ਭਾਈਵਾਲਾਂ ਦਾ ਸਵਾਗਤ ਕਰਦਾ ਹੈ। ਉਹਨਾਂ ਨੇ ਬ੍ਰਿਕਸ ਨੂੰ ਉੱਭਰ ਰਹੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਦੇਸ਼ਾਂ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਦੱਸਿਆ, ਜੋ ਇੱਕ ਵਧੇਰੇ ਨਿਆਂਪੂਰਨ ਅੰਤਰਰਾਸ਼ਟਰੀ ਵਿਵਸਥਾ ਨੂੰ ਉਤਸ਼ਾਹਿਤ ਕਰਦਾ ਹੈ। ਬ੍ਰਿਕਸ ਦਾ ਵਿਸਤਾਰ ਵੀ ਹੋਇਆ ਹੈ। ਬ੍ਰਿਕਸ ਵਿੱਚ ਪਹਿਲਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਸਨ। ਹਾਲ ਹੀ ਦੇ ਵਿੱਚ ਇਸ ਵਿੱਚ ਮਿਸਰ, ਇਥੋਪੀਆ, ਈਰਾਨ, ਸੰਯੁਕਤ ਅਰਬ ਅਮੀਰਾਤ ਅਤੇ ਇੰਡੋਨੇਸ਼ੀਆ ਵੀ ਸ਼ਾਮਲ ਹੋਏ ਹਨ। ਫਲਸਤੀਨ ਦੀ ਅਰਜ਼ੀ ਗਲੋਬਲ ਸਾਊਥ ਦੇ ਹੋਰ ਦੇਸ਼ਾਂ ਦੀ ਵੀ ਇਸ ਸਮੂਹ ਵਿੱਚ ਸ਼ਾਮਲ ਹੋਣ ਦੀ ਇੱਛਾ ਨੂੰ ਦਰਸਾਉਂਦੀ ਹੈ। ਸ਼ਨੀਵਾਰ ਸਵੇਰੇ 6 ਵਜੇ ਦੇ ਕਰੀਬ ਉੱਤਰ ਪੱਛਮੀ ਚੀਨੀ ਸੂਬੇ ਗਾਂਸੂ ਦੇ ਵਿੱਚ 5.6 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ। ਚਾਈਨਾ ਭੂਚਾਲ ਨੈਟਵਰਕ ਸੈਂਟਰ ਦੇ ਅਨੁਸਾਰ ਭੂਚਾਲ ਦਾ ਕੇਂਦਰ 91 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 104.58 ਡਿਗਰੀ ਪੂਰਬ ਦੇਸ਼ਾਂਤਰ ਸੀ। ਇਸ ਦੀ ਡੂੰਘਾਈ 10 ਕਿਲੋਮੀਟਰ ਮਾਪੀ ਗਈ। ਜਿਵੇਂ ਹੀ ਭੂਚਾਲ ਮਹਿਸੂਸ ਕੀਤਾ ਗਿਆ, ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਬਾਹਰ ਵੱਲ ਭੱਜ ਗਏ। ਭੂਚਾਲ ਕਾਰਨ ਕਿਸੇ ਵੱਡੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਕੋਈ ਅਧਿਕਾਰਤ ਰਿਪੋਰਟ ਜਾਰੀ ਨਹੀਂ ਕੀਤੀ ਗਈ। ਚਾਈਨਾ ਭੂਚਾਲ ਪ੍ਰਸ਼ਾਸਨ ਨੇ ਤੁਰੰਤ ਲੈਵਲ 3 ਐਮਰਜੈਂਸੀ ਪ੍ਰਤੀਕਿਰਿਆ ਲਾਗੂ ਕੀਤੀ ਹੈ। ਇਸ ਪ੍ਰਕਿਰਿਆ ਵਿੱਚ ਸੰਬੰਧਿਤ ਵਿਭਾਗਾਂ ਵਿਚਕਾਰ ਸਾਂਝੇ ਸਲਾਹ ਮਸ਼ਵਰੇ, ਭੂਚਾਲ ਨਿਗਰਾਨੀ ਅਤੇ ਝਟਕਿਆਂ ਦੇ ਰੁਝਾਨਾਂ ਦਾ ਡੂੰਘਾਈ ਦੇ ਨਾਲ ਵਿਸ਼ਲੇਸ਼ਣ ਅਤੇ ਸਾਰੀ ਜਾਣਕਾਰੀ ਦੀ ਤੁਰੰਤ ਰਿਪੋਰਟਿੰਗ ਸ਼ਾਮਲ ਹੈ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਜੀ ਸਾਡੇ ਚੈਨਲ ਪੰਜਾਬ ਮੇਲ USA TV ਦੇ ਨਾਲ। ਇਸ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ। ਤੁਹਾਡੇ ਸਭ ਦਾ ਜੀ ਬਹੁਤ ਬਹੁਤ ਧੰਨਵਾਦ।